ਸਤਿ ਸ਼੍ਰੀ ਅਕਾਲ। ਲੋਕਰਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ। ਗਰਗ ਸਾਹਿਬ ਜੀ ਆਇਆਂ ਜੀ। ਦੋਸਤੋ, ਡਾਕਟਰ ਸਾਹਿਬ ਦੇ ਨਾਲ ਅਸੀਂ ਦੋ ਅਹਿਮ ਇਸ਼ੂਆਂ ਤੇ ਗੱਲਬਾਤ ਕਰਾਂਗੇ। ਇੱਕ ਤਾਂ ਤੁਸੀਂ ਦੇਖਿਆ ਹੋਊਗਾ ਕਿ ਕਰੰਟ ਚਲੰਤ ਮਾਮਲਾ ਬਣਿਆ ਹੋਇਆ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਇੱਕ ਲੜਕੀ ਦੀ ਐਂਟਰੀ ਨੂੰ ਲੈ ਕੇ, ਉਹਦੇ ਤੇ ਵੀ ਗੱਲਬਾਤ ਕਰਾਂਗੇ। ਦੂਜੀ ਗੱਲਬਾਤ ਹੋਊਗੀ ਕਿ ਇੱਕ ਤਾਂ ਜਲੰਧਰ ਜਿਮਨੀ ਚੋਣ ਹੈ ਜਿਹੜੀ, ਉਹਦਾ ਪੱਖ ਰੱਖਾਂਗੇ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਸਿਆਸਤ ਦਾ ਡਿੱਗਦਾ ਹੋਇਆ ਆਧਾਰ ਹੈ ਉਹਦੇ ਉੱਤੇ ਗੱਲਬਾਤ ਕਰਾਂਗੇ, ਕਿਉਂਕਿ ਵਿਚਾਰਧਾਰਾ ਕਿਸੇ ਪਾਰਟੀ ਦੀ ਕੋਈ ਰਹੀ ਨਹੀਂ ਹੈਗੀ। ਸਿਰਫ ਇਲੈਕਸ਼ਨ ਜਿੱਤਣ ਦੇ ਲਈ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਦੇ ਵਿੱਚੋਂ ਲੈ ਕੇ ਉਸ ਨੂੰ ਆਪਣੇ ਤੇ ਸ਼ਾਮਲ ਕਰਾਵੋ ਤੇ ਸ਼ਾਮਲ ਕਰਾਉਣ ਤੋਂ ਬਾਅਦ ਉਸ ਵਿਅਕਤੀ ਨੂੰ ਟਿਕਟ ਦਿਓ, ਚੋਣ ਮੈਦਾਨ ਦੇ ਵਿੱਚ ਉਤਾਰ ਦਿਓ। ਫਿਰ ਇਹਦੇ 'ਚ ਇੱਕ ਕੋਈ ਵਿਚਾਰਾਂ ਦੀ ਸਾਂਝ ਕਿੱਥੇ ਗਈ, ਵਿਚਾਰਧਾਰਕ ਜਿਹੜੀ ਲੜਾਈ ਸੀ ਉਹ ਕਿੱਥੇ ਗਈ, ਉਹ ਵੀ ਡਾਕਟਰ ਸਾਹਿਬ ਸਮਝਾਂਗੇ। ਪਰ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਕਿ ਜਿਹੜਾ ਅਹਿਮ ਇਸ਼ੂ ਬਣਿਆ ਹੋਇਆ ਉਹ ਹੈਗਾ ਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਲੜਕੀ ਦੀ ਐਂਟਰੀ ਨੂੰ ਲੈ ਕੇ ਜ਼ਰੂਰ ਰੌਲਾ ਖੜਾ ਹੋਇਆ। ਜੇਕਰ ਅਸੀਂ ਲੋਕਰਣ ਦੇ ਸਾਰੇ ਹੀ ਦਰਸ਼ਕਾਂ ਨੂੰ ਸਮਝਾਉਣਾ ਹੋਵੇ ਤੁਹਾਡੇ ਪਾਸਿਓਂ ਉਹ ਮਾਮਲਾ, ਕਿਸ ਤਰੀਕੇ ਦੇ ਨਾਲ ਤੁਸੀਂ ਸਾਰੀ ਗੱਲਬਾਤ ਨੂੰ ਦੇਖਿਆ ਇਸ ਨੂੰ? ਦੇਖੋ, ਗੱਲ ਇਹ ਹੈ ਵੀ ਉਹ ਲੜਕੀ ਨੇ ਆਪਣੇ ਮੂੰਹ ਦੇ ਉੱਤੇ ਕਹਿ ਲਓ, ਚਿਹਰੇ 'ਤੇ ਕਹਿ ਲਓ, ਤਿਰੰਗਾ ਝੰਡਾ ਬਣਾਇਆ ਹੋਇਆ ਸੀ ਤੇ ਉਹਦੇ ਕੁਛ ਇਸ ਤਰ੍ਹਾਂ ਦੇ ਕੱਪੜੇ, ਉਹ ਜਿਹੜਾ ਸੇਵਾਦਾਰ ਹੈ ਉਹਨੇ ਅਪੀਲ ਹੋ ਕੇ ਕਿਹਾ ਵੀ ਇਸ ਤਰ੍ਹਾਂ ਦੇ ਪਾਏ ਹੋਏ ਸੀ ਜਿਹੜੇ ਕਿ ਅੱਗੋਂ ਪੂਰੇ ਕਵਰਡ ਨਹੀਂ ਸੀਗੇ। ਗੁਰਦੁਆਰਿਆਂ ਦੀ ਇੱਕ ਥੋੜ੍ਹੀ ਜਿਹੀ ਮਰਿਆਦਾ ਹੈਗੀ ਹੈ ਕਿ ਤੁਸੀਂ ਅੱਗੋਂ ਆਪਣਾ ਜਿਹੜਾ ਹੈਗਾ ਉਹ ਥੋੜ੍ਹਾ ਕਵਰ ਕਰਕੇ ਜਾਣਾ। ਪਰ ਇਸ ਗੱਲ ਦੇ ਬਾਵਜੂਦ ਜੇ ਅਸੀਂ ਦੇਖੀਏ, ਗੁਰਦੁਆਰਾ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਉੱਥੇ ਜਿਹੜੇ ਸੇਵਾਦਾਰ ਨੇ ਉਹ ਕਈ ਵਾਰ ਸਖਤੀ ਵੀ ਕਰਦੇ ਨੇ। ਮੇਰੇ ਆਪਣੇ ਨਾਲ ਵਾਪਰੀ ਹੋਈ ਆ, ਉਹ ਮੈਂ ਜਰਸੀ ਪਾਈ ਹੋਈ ਸੀ ਉੱਤੇ, ਉਹ ਜਰਸੀ ਦੇ ਉੱਤੇ ਹੀ ਉਹ ਬਣੀ ਹੋਈ ਸੀ ਟੋਪੀ ਟਾਈਪ, ਉਹ ਉਹਨੇ ਇੰਨੀ ਸਖਤੀ ਨਾਲ ਕਿਹਾ ਵੀ ਇਹਨੂੰ ਲਾ ਕੇ ਇੱਥੇ ਉਹ ਲਓ, ਪਟਕਾ ਲਓ ਜੀ। ਤਾਂ ਮੈਨੂੰ ਬੁਰਾ ਲੱਗਿਆ। ਉਹ ਮੈਨੂੰ ਉਂਝ ਕਹਿੰਦਾ ਵੀ ਇੱਥੋਂ ਪਟਕਾ ਬੰਨ ਲਓ, ਇਹ ਟੋਪੀ ਠੀਕ ਨਹੀਂ ਲੱਗਦੀ। ਉਹਨੇ ਇਸ ਤਰ੍ਹਾਂ ਕਿਹਾ ਜਿਵੇਂ ਮੈਂ ਕੋਈ ਉੱਥੇ ਕ੍ਰਿਮੀਨਲ ਹੁੰਦਾ। ਸੋ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਵੀ ਉਹਨਾਂ ਨੂੰ ਸਿਖਾਵੇ, ਖਾਸ ਕਰਕੇ ਜਿਹੜੇ ਦੂਜੇ ਧਰਮ ਦੇ ਨੇ ਉਹਨਾਂ ਨੂੰ ਜ਼ਿਆਦਾ ਚੁਭਦੀ ਹੈ ਇਹ ਗੱਲ ਫਿਰ ਜੀ, ਤੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਨੂੰ ਜਾਣ ਕੇ ਕਿਹਾ ਜਾ ਰਿਹਾ ਹੈ ਜੀ। ਇਹ ਹਿਊਮਨ ਨੇਚਰ ਹੈ, ਮਨੁੱਖੀ ਨੇਚਰ ਹੈ। ਜੇ ਮੈਨੂੰ ਮਤਲਬ ਲੱਗ ਸਕਦੀ ਹੈ, ਉਹ ਲੜਕੀ ਨੂੰ ਤਾਂ ਜ਼ਰੂਰ ਲੱਗ ਸਕਦੀ ਹੈ, ਐਵੇਂ ਮੈਂ ਕਹਾਂ। ਤੋ ਇੱਕ ਤਾਂ ਸੇਵਾਦਾਰਾਂ ਨੂੰ ਸਿੱਖਿਆ ਦੇਣ ਦੀ ਗੱਲ ਹੁੰਦੀ ਹੈ, ਸਿੱਖਿਆ ਦੇਣੀ ਚਾਹੀਦੀ ਹੈ। ਹੁਣ ਵੀ ਉਹ ਸੇਵਾਦਾਰ ਨੇ ਕਿਹਾ ਵੀ ਨਹੀਂ ਜੀ ਮੈਂ ਤਾਂ ਡਿਊਟੀ 'ਤੇ ਜਾ ਰਿਹਾ, ਮੈਂ ਤਾਂ ਉਹਨੂੰ ਕੁਛ ਨਹੀਂ ਕਿਹਾ। ਸੇਵਾਦਾਰ ਦੀ ਗੱਲ 'ਚੋਂ ਹੀ ਲੱਗਦਾ ਵੀ ਉਹਦੇ ਕੋਲੇ ਉਸ ਲੜਕੀ ਦੇ ਪ੍ਰਤੀ ਨੈਗੇਟਿਵ ਕਹਿਣ ਨੂੰ ਕੁਛ ਨਹੀਂ ਹੈ, ਵੀ ਉਹਦਾ ਕੋਈ ਐਡੀ ਵੱਡੀ ਗੱਲ ਸੀ, ਛੋਟੀ ਮੋਟੀ ਗੱਲ ਸੀ, ਉਹ ਫਿਰ ਉਹਨੂੰ ਪੂਰੀ ਤਰ੍ਹਾਂ ਐਕਸਪਲੇਨ ਕਰਨਾ ਚਾਹੀਦਾ। ਪਰ ਇਹ ਹੋ ਗਈ, ਇਹ ਛੋਟੀਆਂ ਘਟਨਾ ਰੋਜ਼ ਹੀ ਹੁੰਦੀਆਂ ਨੇ। ਬੱਸ 'ਚ ਬੈਠਦੇ ਤੁਸੀਂ ਕੁਛ ਹੋ ਗਿਆ, ਉੱਥੇ ਕੁਛ ਹੋ ਗਿਆ, ਉਹਨੇ ਕਹਿਤਾ ਸੇਵਾਦਾਰ ਨੇ, ਸੇਵਾਦਾਰ ਦੇ ਕਹਿਣ ਨਾਲ ਸਾਰਾ ਦਰਬਾਰ ਸਾਹਿਬ ਦੀ ਥੋੜ੍ਹੀ ਜ਼ਿੰਮੇਵਾਰੀ ਬਣ ਗਈ ਹੈ ਜਾਂ ਸਾਰੀ ਸ਼੍ਰੋਮਣੀ ਕਮੇਟੀ ਥੋੜ੍ਹਾ ਬਣ ਗਈ ਹੈ। ਠੀਕ ਹੈ, ਕਈ ਜਗ੍ਹਾ 'ਤੇ ਇੰਨੇ ਬੰਦੇ ਕੰਮ ਕਰਦੇ ਨੇ, ਕਿਤੇ ਨਾ ਕਿਤੇ ਕੋਈ ਐਸੀ ਘਟਨਾ ਹੋ ਜਾਂਦੀ ਹੈ ਤੇ ਉਹਨੂੰ ਕੋਈ ਕੁਛ ਨਹੀਂ ਕਿਹਾ ਉਸਨੇ, ਉਹਨੇ ਸਿਰਫ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕਰੀ ਹੈ। ਮੰਨ ਲਓ ਵੀ ਉਹ ਨਾਜਾਇਜ਼ ਵੀ ਗਲਤ ਵੀ ਕਰੀ ਹੈ, ਉਹਨੂੰ ਨਹੀਂ ਕਰਨੀ ਚਾਹੀਦੀ, ਇਹ ਵੀ ਮੰਨ ਲਓ। ਫਿਰ ਵੀ ਉਹਨੇ ਕੋਈ ਸ਼ਬਦ ਨਹੀਂ ਮਾੜੇ ਵਰਤੇ ਸੇਵਾਦਾਰ ਨੇ, ਕੋਈ ਉਹਨੂੰ ਕੋਈ ਸਖਤੀ ਨਹੀਂ ਵਰਤੀ, ਤੇ ਉਹਨੂੰ ਜਦ ਇਹ ਘੁਮਾਇਆ ਜਾ ਰਿਹਾ ਉਹਦੇ 'ਚੋਂ ਬਣ ਕੇ ਮੈਨੂੰ ਉਲਟੀ ਬੋ ਮਾਰਦੀ ਹੈ। ਮੈਨੂੰ ਇਹ ਮਾਰਦਾ ਵੀ ਉਹ ਲੜਕੀ ਨੂੰ ਭੇਜਿਆ ਹੀ ਹੋ ਸਕਦਾ ਜਾਣ ਕੇ ਗਿਆ ਹੋਵੇ ਵੀ ਤੂੰ ਇੱਦਾਂ ਦਾ ਫੇਸ ਬਣਾ ਕੇ ਜਾ, ਵੀ ਕੋਈ ਰਿਐਕਟ ਕਰੇ, ਕੋਈ ਪ੍ਰਤੀਕਿਰਿਆ ਕਰੇ, ਤਾਂ ਕਿ ਆਪਾਂ ਮੁੜ ਕੇ ਦਿਖਾਈਏ ਵੀ ਆਹ ਦੇਖ ਲਓ ਜੀ ਉੱਥੇ ਤਾਂ ਕੁਛ ਹੋ ਰਿਹਾ। ਇਹ ਜਿਹੜੀ ਉਹਨੂੰ ਵਾਇਰਲ ਕਰਿਆ ਜਾ ਰਿਹਾ ਹੈ, ਇਹ ਗਿਣੀ ਮਿੱਥੀ ਸਾਜ਼ਿਸ਼ ਨਾਲ ਕਰਿਆ ਜਾ ਰਿਹਾ ਜੀ। ਕਦੇ ਕੋਈ ਬਹਾਨਾ ਲਾ ਕੇ, ਕਦੇ ਇਹ ਕੋਈ ਐਡਾ ਵੱਡਾ ਘਟਨਾ ਨਹੀਂ ਹੈ। ਇਹ ਕੋਈ ਐਸਾ ਗੱਲ ਨਹੀਂ ਹੈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਹਰਿਮੰਦਰ ਸਾਹਿਬ ਦੇ ਵਿੱਚ ਕਿਸੇ ਨੂੰ ਕੋਈ ਰੋਕਣ ਦੀ ਗੱਲ ਹੋਵੇ। ਔਰ ਉਹ ਲੜਕੀ ਨਾਲ ਉਹਨੇ ਕੋਈ ਐਸਾ ਉਹ ਨਹੀਂ ਕਰਿਆ ਜਿਹਦੇ ਵਿੱਚ ਸਾਨੂੰ ਕੋਈ ਭੋਲਾ ਵੀ ਇਤਰਾਜ਼ ਹੋਵੇ। ਉਹ ਠੀਕ ਹੈ, ਉਹਦੀ ਸਮਝ ਦਾ ਸਵਾਲ ਹੈ, ਸਮਝ ਹਰ ਇੱਕ ਬੰਦੇ ਦੀ ਆਪਣੀ ਆਪਣੀ ਹੁੰਦੀ ਹੈ। ਮੈਂ ਤੁਹਾਨੂੰ ਕੋਈ ਦੱਸਦਾ ਵੀ ਮੇਰੇ ਨਾਲ ਵਾਪਰੀ ਹੋਈ ਇੰਸੀਡੈਂਸ ਮੈਂ ਇੱਕ ਹੋਰ ਗੁਰਦੁਆਰਾ ਸਾਹਿਬ 'ਚ ਦੇਖਿਆ, ਹਿਮਾਚਲ ਕਿੱਥੇ ਸੀ, ਹਾਂ ਹਿਮਾਚਲ ਦੇ ਵਿੱਚ। ਉੱਥੇ ਇੱਕ ਕੈਂਪ ਸੀਗਾ ਤੇ ਉਹਦੇ 'ਚ ਮੈਨੂੰ ਉਹਨਾਂ ਨੇ ਬੁਲਾਇਆ ਸੀ ਕਿ ਜੀ ਇੱਥੇ ਤੁਸੀਂ ਸਿੱਖੀ ਦੇ ਉੱਤੇ ਲੈਕਚਰ ਕਰਨਾ। ਤੇ ਉਹ ਮੈਂ ਸਵੇਰੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਗਿਆ ਤੇ ਉੱਥੇ ਮੈਂ ਦੇਖਿਆ ਵੀ ਉਹ ਜੁੱਤੇ ਨਾ ਪੌੜੀਆਂ ਦੇ ਉੱਤੇ ਲਾਏ ਸੀ, ਉੱਤੇ ਐ ਸੀਗਾ ਤੇ ਪੌੜੀਆਂ 'ਤੇ ਬੈਠ ਕੇ ਕੋਈ ਪਾ ਰਿਹਾ ਸੀ। ਮੈਂ ਵੀ ਉੱਥੇ ਬੈਠ ਕੇ ਪਾਉਣ ਲੱਗ ਗਿਆ। ਮੈਨੂੰ ਬੈਠ ਕੇ ਮੈਂ ਖੜੇ ਜੁੱਤੇ ਪਾ ਨਹੀਂ ਸਕਦਾ, ਮੇਰੀ ਇਹ ਦਿੱਕਤ ਹੈ। ਤੇ ਉਹ ਸੇਵਾਦਾਰ ਆਇਆ, ਮੈਨੂੰ ਐ ਅਕੜ ਕੇ ਪਿਆ ਜਿਵੇਂ ਮੈਂ ਪਤਾ ਨਹੀਂ ਕਿੱਡਾ ਵੱਡਾ ਗੁਨਾਹ। ਉਹ ਕਹਿੰਦਾ ਭਾਈ ਇੱਥੇ ਨਾ ਪਾਓ ਜੁੱਤੀ, ਇੱਥੇ ਤਾਂ ਲੋਕ ਮੱਥਾ ਟੇਕਦੇ ਨੇ। ਹਾਲਾਂਕਿ ਸੀੜੀਆਂ ਸੀਗੀਆਂ ਚੜ੍ਹਨਾ, ਅੱਗੇ ਜਾ ਕੇ ਸੀਗਾ ਉਹ ਦਰਬਾਰ ਸਾਹਿਬ ਦੀ ਐਂਟਰੀ ਤਾਂ। ਤੇ ਪਰ ਉਸਨੇ ਮਤਲਬ ਬਹੁਤ ਬੁਰੀ ਤਰ੍ਹਾਂ ਬੋਲਿਆ।
ਸੋ ਸੇਵਾਦਾਰਾਂ ਨੂੰ ਥੋੜੀ ਜਿਹੀ ਇਹ ਗੱਲ ਦੇ ਉੱਤੇ ਇਹਦੇ ਨਾਲ ਨਾ ਲੋਕਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਜਿਹੜਾ ਉੱਥੇ ਜਾਂਦਾ ਉਹ ਸ਼ਰਧਾਲੂ ਬਣ ਕੇ ਜਾਂਦਾ, ਉਹ ਕੋਈ ਐ ਉੱਥੇ ਜਾ ਕੇ ਹਰੇਕ ਦੇ ਉੱਤੇ ਜੇ ਤੁਸੀਂ ਇਹ ਸ਼ੱਕ ਕਰੀ ਜਾਓਗੇ ਤਾਂ ਨਹੀਂ ਹੈ। ਪਰ ਇਹਨਾਂ ਗੱਲਾਂ ਨੂੰ ਵੱਡੀ ਨਹੀਂ ਬਣਾਉਣਾ ਚਾਹੀਦਾ। ਹੁਣ ਜਦੋਂ ਮੈਂ ਉਹਨਾਂ ਨੂੰ ਕਹਿੰਦਾ ਯਾਰ ਮੈਂ ਤਾਂ ਇੱਥੇ ਤੁਹਾਡੇ ਹੁਣ ਲੈਕਚਰ ਹੀ ਨਹੀਂ ਦੇਣਾ, ਤੁਹਾਡੇ ਚਾਹੇ ਜੇ ਜਿੰਨਾ ਸੇਵਾਦਾਰ ਨੂੰ ਇਹ ਨਹੀਂ ਪਤਾ ਇਹਨਾਂ ਲੈਕਚਰ ਦੇ ਕੇ ਕੀ ਕਰਨਾ, ਐ ਨਹੀਂ ਹੁੰਦਾ। ਇਹਨਾਂ ਗੱਲਾਂ ਨੂੰ ਵੱਡੇ ਬਣਾਈ ਦਾ ਹੀ ਨਹੀਂ ਹੁੰਦਾ। ਨਿੱਕੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਸ਼੍ਰੋਮਣੀ ਕਮੇਟੀ ਨੂੰ ਜਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਸ ਗੱਲ ਬਾਰੇ ਆਪਦੇ ਸੇਵਾਦਾਰਾਂ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਹੈ, ਦੱਸਣਾ ਵੀ ਚਾਹੀਦਾ ਵੀ ਆਪਾਂ ਨੂੰ ਇਹ ਗੱਲ ਦਾ ਧਿਆਨ ਰੱਖਣਾ ਹੈ। ਤੇ ਜਿਹੜੇ ਉੱਥੇ ਜਾਂਦੇ ਵੀ ਨੇ ਸ਼ਰਧਾਲੂ, ਉਹਨਾਂ ਨੂੰ ਨਿਭ ਕੇ ਜਾਣਾ ਚਾਹੀਦਾ ਹੈ, ਉਹਨਾਂ ਨੂੰ ਹੰਕਾਰ 'ਚ ਨਹੀਂ ਜਾਣਾ ਚਾਹੀਦਾ। ਮਨ ਨੂੰ ਉਹਨਾਂ ਦੇ ਠੇਸ ਪਹੁੰਚ ਸਕਦੀ ਹੈ, ਪਰ ਫਿਰ ਉਹਨਾਂ ਨੂੰ ਉਹੀ ਜਿਹੜਾ ਮਨ ਇਹ ਕਹਿੰਦਾ ਵੀ ਨਾ 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 ਗੁਰੂ ਘਰ 'ਚ ਆਇਆ ਤੂੰ ਤਾਂ ਗੁੱਸਾ ਨਹੀਂ ਕਰਨਾ, ਉਹ ਵੀ ਉੱਥੋਂ ਉਹੀ ਸਿੱਖਿਆ ਮਿਲਦੀ ਹੈ। ਸੋ ਮੈਨੂੰ ਨਹੀਂ ਲੱਗਦਾ ਇਹ ਕੋਈ ਵੱਡੀ ਗੱਲ ਹੈ, ਇਹ ਨਹੀਂ ਕਰਨੀ ਚਾਹੀਦੀ ਸੀ। ਜਿਵੇਂ ਵਾਇਰਲ ਕਰੀ ਜਾ ਰਹੀ ਹੈ, ਇਹ 'ਚੋਂ ਮੈਨੂੰ ਕੋਈ ਸ਼ਰਾਰਤ ਨਜ਼ਰ ਆਉਂਦੀ ਹੈ। ਔਰ ਸ਼ਰਾਰਤ ਸਾਡੇ ਪੰਜਾਬੀਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਸਿੱਖ ਧਾਰਮਿਕ ਸਥਾਨਾਂ ਦੇ ਖਿਲਾਫ ਬਾਰ-ਬਾਰ ਬੁਣੀ ਜਾ ਰਹੀ ਹੈ। ਔਰ ਉਹਦੇ 'ਚ ਕਦੇ ਕੋਈ ਇਹੀ ਨਹੀਂ ਹੈ ਵੀ ਕੋਈ ਹਿੰਦੂ ਸ਼ਾਮਲ ਨੇ ਇਕੱਲੇ ਜਾਂ ਕੋਈ ਹੋਰ ਧਰਮ ਸ਼ਾਮਲ ਹੈ, ਉਹਦੇ ਸਿੱਖ ਖੁਦ ਸ਼ਾਮਲ ਨੇ। ਕਿਉਂਕਿ ਕਿੰਨੇ ਸਿੱਖ ਨੇ ਜਿਹੜੇ ਬੀਜੇਪੀ ਨਾਲ ਰਲੇ ਨੇ, ਕਿੰਨੇ ਸਿੱਖ ਕਹਿੰਦੇ ਨੇ ਅਸੀਂ ਤਾਂ ਇੱਥੇ ਆ ਕੇ ਐਸਜੀਪੀ ਦਾ ਮੁਕਾਬਲਾ ਕਰਨਾ ਹੈ। ਤੇ ਉਹ ਕੋਈ ਫਰਕ ਰਿਹਾ ਨਹੀਂ ਹੈ ਜਿਹਦੇ ਵਿੱਚ ਕੋਈ ਸਿੱਖੀ ਵਾਲੇ ਵਿਚਾਰਧਾਰਾ ਦੀ ਜਾਂ ਸਿੱਖੀ ਰੂਹਾਨੀਅਤ ਦੀ ਗੱਲ ਦੀ ਬਜਾਏ ਅੱਜ ਉਹ ਸਿਆਸਤ ਜ਼ਿਆਦਾ ਬਣ ਕੇ ਰਹਿ ਗਈ ਹੈ। ਔਰ ਇਹ ਜਿਹੜਾ ਵਾਇਰਲ ਕਰਿਆ ਜਾ ਰਿਹਾ, ਸਿਆਸਤ 'ਚੋਂ ਕਰਿਆ ਜਾ ਰਿਹਾ ਹੈ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਸੀ। ਇਹਨੂੰ ਖਤਮ ਕਰਨਾ ਚਾਹੀਦਾ ਸੀ। ਜੀ ਬਿਲਕੁਲ। ਡਾਕਟਰ ਸਾਹਿਬ, ਅਗਲੀ ਗੱਲ ਜਲੰਧਰ ਇਲੈਕਸ਼ਨ ਦੀ ਕਰ ਲਈਏ ਆਪਾਂ। ਖਾਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡੀ ਡੈਮੋਕ੍ਰੈਟਿਕ ਕੰਟਰੀ ਹੈ, ਇੱਥੇ ਵਿਚਾਰਧਾਰਾ ਹਰ ਇੱਕ ਪਾਰਟੀਆਂ ਦੇ ਵਿੱਚ ਹੈਗੀ ਹੈ। ਪਰ ਹੁਣ ਨਿਗਾਰ ਆ ਗਿਆ ਸਿਆਸਤਾਂ ਦੇ ਵਿੱਚ, ਸਿਆਸਤਦਾਨਾਂ ਦੇ ਵਿੱਚ ਵਿਚਾਰਧਾਰਾ ਕਿਸੇ ਪਾਰਟੀ ਦੀ ਕੋਈ ਰਹੀ ਨਹੀਂ ਹੈਗੀ। ਕਈਆਂ ਦੀ ਤਾਂ ਹੈਗੀ ਉਹ ਨਹੀਂ ਵਿਚਾਰਧਾਰਾ, ਜਿਨ੍ਹਾਂ ਦੀ ਹੈਗੀ ਹੈ ਉਹ ਬਦਲਣ ਲੱਗਿਆਂ ਮਿੰਟ ਨਹੀਂ ਲਾਉਂਦੇ ਹੈਗੇ। ਹੁਣ ਤਾਂ ਸਿੱਧਮ ਸਿੱਧਾ ਫੋਕਸ ਹੈਗਾ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਜਿਹੜੀ ਸਾਡੇ ਸਿਰ ਦੇ ਉੱਤੇ ਪਈ ਚੋਣ ਹੈ, ਅਸੀਂ ਉਹ ਚੋਣ ਜਿੱਤ ਲਈਏ। ਜਲੰਧਰ ਦੀ ਗੱਲ ਕਰ ਲਓ ਜਾਂ ਆਲ ਓਵਰ ਪੂਰੇ ਆਪਾਂ ਹਿੰਦੁਸਤਾਨ ਦੇ ਵਿੱਚ ਦੇਖ ਲਈਏ ਕਿ ਦੂਜੀ ਪਾਰਟੀਆਂ ਦੇ ਵਿੱਚੋਂ ਜਿਹੜੇ ਲੱਗਦੇ ਨੇ ਕਿ ਆਹ ਬੰਦੇ ਜਿੱਤ ਸਕਦੇ ਨੇ, ਸਾਡੇ ਲਈ ਬੈਨੀਫਿਸ਼ਰੀ ਸਾਬਤ ਹੋ ਸਕਦੇ ਨੇ, ਇਹਨਾਂ ਬੰਦਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾਓ। ਜਿਹੜੀ ਗਿਣਤੀ ਹੈ ਆਪਣੀ ਉਹ ਨੰਬਰਿੰਗ ਵੱਧ ਜੂਗੀ। ਜਲੰਧਰ ਦੇ ਵਿੱਚ ਵੀ ਇੱਦਾਂ ਹੋਇਆ। ਇਸ ਫਿਰ ਸਭ ਕਾਸੇ ਦੇ ਵਿਚਾਲੇ ਇੱਕ ਪੋਲੀਟੀਕਲ ਵਿਚਾਰਧਾਰਾ ਹੁੰਦੀ ਆ, ਆਈਡੀਓਲੋਜੀ ਹੁੰਦੀ ਹੈ ਇੱਕ, ਜਿਹਦੇ ਉੱਤੇ ਪਾਰਟੀ ਦਾ ਬੇਸ ਹੁੰਦਾ, ਕੇਡਰ ਬਣਿਆ ਹੋਇਆ ਹੁੰਦਾ, ਨੀਹਾਂ ਹੁੰਦੀਆਂ। ਉਹ ਤਾਂ ਫਿਰ ਇਸ ਸਾਰੇ ਵਰਤਾਰੇ ਦੇ ਵਿੱਚੋਂ ਸਭ ਕੁਛ ਖਤਮ ਹੋ ਗਿਆ। ਸਿਰਫ ਤੇ ਸਿਰਫ ਇੱਕ ਫੋਕਸ ਹੈ ਕਿ ਅਸੀਂ ਤਾਂ ਇਲੈਕਸ਼ਨ ਜਿੱਤਣੀ ਹੈ, ਯਾਨੀ ਕਿ ਹੁਣ ਵਿਚਾਰ ਦੀ ਗੱਲ ਕੋਈ ਨਹੀਂ ਹੋਊਗੀ। ਹੁਣ ਜਿੱਤ ਹੋਊਗੀ, ਗੱਲ ਹੋਊਗੀ ਹੁਣ ਜਾਂ ਹਾਰ ਦੀ ਗੱਲ ਹੋਊਗੀ ਜਾਂ ਫਿਰ ਜਿੱਤ ਦੀ ਹੋਊਗੀ। ਇਹ ਗੱਲ ਕਰਨ ਦੇ ਲਈ ਸਾਨੂੰ ਜੋ ਕੁਛ ਕਰਨਾ ਗੁਜ਼ਰਨਾ ਪਿਆ, ਅਸੀਂ ਉਹ ਸਭ ਕੁਛ ਕਰਾਂਗੇ। ਜੀ ਬਿਲਕੁਲ ਠੀਕ ਹੈ ਪੰਗੂ ਜੀ, ਤੁਸੀਂ ਬਹੁਤ ਵਿਸ਼ਲੇਸ਼ਣ ਤੁਸੀਂ ਸੋਹਣਾ ਕਰਿਆ ਹੈ। ਅਸਲ ਦੇ ਵਿੱਚ ਕੀ ਸੀ, ਮੈਂ ਉਸ ਜ਼ਮਾਨੇ ਦੇ ਵਿੱਚੋਂ ਨਿਕਲ ਕੇ ਆਇਆ ਹੋਇਆ ਜਿਸ ਜ਼ਮਾਨੇ 'ਚ ਜੇ ਕੋਈ ਪਾਰਟੀ ਬਦਲਦਾ ਵੀ ਸੀ ਜਾਂ ਪਾਰਟੀ ਦੀ ਮਤਲਬ ਵਿਚਾਰਧਾਰਾ ਨਾਲ ਉਹਨਾਂ ਨਹੀਂ ਜੁੜਿਆ ਹੁੰਦਾ ਸੀ, ਤਾਂ ਵੀ ਉਹ ਵਿਚਾਰਧਾਰਾ ਦੀ ਗੱਲ ਉਹਨੂੰ ਕਰਨੀ ਪੈਂਦੀ ਸੀ, ਕਿਉਂਕਿ ਪਾਰਟੀਆਂ ਦਾ ਵਿਚਾਰਧਾਰਾ ਤੇ ਜ਼ੋਰ ਸੀਗਾ। ਔਰ ਵਿਚਾਰਧਾਰਾ ਦੇ ਕਾਰਨ ਹੀ ਦੇਸ਼ ਆਜ਼ਾਦ ਹੋਇਆ ਸੀ, ਵਿਚਾਰਧਾਰਾ ਦੇ ਕਾਰਨ ਹੀ ਅਸੀਂ ਵਿਕਾਸ ਕਰਿਆ ਸੀ। ਹੁਣ ਉਹ ਵਿਚਾਰਧਾਰਾ ਜਦ ਖਤਮ ਹੋ ਗਈ, ਜੇ ਅਸੀਂ ਆਪਦੇ ਸਿੱਖਿਆ ਸੰਸਥਾਵਾਂ ਦੇਖਦੇ ਉੱਥੇ ਵੀ ਖਤਮ ਹੋ ਗਈ ਆ। ਉੱਥੇ ਇਮਤਿਹਾਨ ਪਾਸ ਕਰਨਾ ਰਹਿ ਗਿਆ, ਚਾਹੇ ਨਕਲ ਮਾਰ ਕੇ ਕਰਾਓ, ਚਾਹੇ ਜੋ ਮਰਜ਼ੀ ਕਰਾਓ, ਵੀ ਬਸ ਇਮਤਿਹਾਨ ਪਾਸ ਕਰਾਉਣਾ, ਫਿਰ ਡਿਗਰੀ, ਫਿਰ ਝੂਠੀ ਡਿਗਰੀ ਲੈ ਲਓ। ਚਾਹੇ ਉਹ ਜਿਹਾ ਆਪਾਂ ਨੂੰ ਮੋਦੀ ਸਾਹਿਬ ਦੀ ਡਿਗਰੀ ਦਾ ਰੋਜ਼ ਹੀ ਰੌਲਾ ਪੈਂਦਾ, ਤੇ ਹਾਲਾਂਕਿ ਉਹਦੀ ਇੰਨੀ ਲੋੜ ਵੀ ਨਹੀਂ ਸੀ। ਸੋ ਜਦ ਸਾਡਾ ਨਿਸ਼ਾਨਾ ਜਿਹੜਾ ਉਹ ਉਦੇਸ਼ ਜਿਹੜਾ ਹੈ ਉਹ ਇਹ ਬਣ ਜੇ ਕਿ ਮੈਂ ਤਾਂ ਫਲ ਪ੍ਰਾਪਤ ਕਰਨਾ ਹੈ, ਜਿਵੇਂ ਮਰਜ਼ੀ ਆ ਜਾਏ, ਫਿਰ ਵਿਚਾਰਧਾਰਾ ਖਤਮ ਹੋ ਜਾਂਦੀ ਉੱਥੇ। ਕਿਉਂਕਿ ਇੱਕ ਹੈਗਾ ਫਲ ਪ੍ਰਾਪਤ ਕਰਨਾ ਮਿਹਨਤ ਕਰਕੇ, ਵਿਚਾਰਧਾਰਾ ਦੇ ਨਾਲ, ਕਿਸੇ ਉਦੇਸ਼ ਦੇ ਉਸ ਦੇ ਨਾਲ, ਤੇ ਇੱਕ ਹੈਗਾ ਵੀ ਜਿਵੇਂ ਮਰਜ਼ੀ ਹੋ ਜਾਏ, ਚਾਹੇ ਕਿਸੇ ਦਾ ਦੂਜੇ ਦਾ ਗਲਾ ਕੱਟ ਕੇ ਮਿਲ ਗਿਆ, ਪਰ ਲੈਣਾ ਇਹ। ਉਹਦੇ ਵਿੱਚ ਫਿਰ ਤੁਸੀਂ ਗੀਤਾ 'ਚ ਕ੍ਰਿਸ਼ਨ ਜੀ ਨੇ ਇਸੇ ਕਰਕੇ ਕਿਹਾ ਕਿ ਤੂੰ ਕਰਮ ਕਰ, ਫਲ ਦੀ ਵਾਂਛਾ ਨਾ ਕਰ, ਯਾਨੀ ਕਿ ਫਲ ਦੇ ਪਿੱਛੇ ਨਾ ਭੱਜ। ਪੰਡਤ ਤਾਂ ਕਈ ਵਾਰ ਕਹਿੰਦੇ ਨਾ ਵੀ ਫਲ ਦੀ ਇੱਛਾ ਹੀ ਨਾ ਕਰ। ਜੇ ਇੱਛਾ ਹੀ ਨਹੀਂ ਹੋ ਫਿਰ ਕਾਹਨੂੰ ਅਗਲਾ ਕੋਈ ਮਿਹਨਤ ਕਰੂਗਾ। ਇੱਛਾ ਤਾਂ ਫਲ ਦੀ ਹੁੰਦੀ ਹੋਈ ਹੈ, ਤਾਂ ਹੀ ਮਿਹਨਤ ਕਰਦਾ, ਪਰ ਵਾਂਛਾ ਨਾ ਕਰ, ਯਾਨੀ ਕਿ ਉਹਦੇ ਪਿੱਛੇ ਨਾ ਭੱਜੇ। ਇਹ ਹੁਣ ਜਿਹੜੀਆਂ ਚੋਣ ਪਾਰਟੀਆਂ ਨੇ, ਇਹਨਾਂ ਦਾ ਕੰਮ ਹੀ ਇਹ ਰਹਿ ਗਿਆ ਵੀ ਆਪਾਂ ਤਾਕਤ ਲੈਣੀ ਹੈ, ਆਪਦਾ ਪਰਿਵਾਰ, ਆਪਦਾ ਵਪਾਰ ਵਧਾਉਣਾ ਹੈ। ਤਾਕਤ 'ਚ ਜਿਵੇਂ ਮਰਜ਼ੀ, ਜਿਵੇਂ ਸਾਮ ਦਾਮ ਦੰਡ ਭੇਦ, ਜਿਵੇਂ ਮਰਜ਼ੀ ਤਾਕਤ 'ਚ ਲੈ ਜਾਈਏ, ਕਿਸੇ ਨੂੰ ਕੁੱਟ ਕੇ, ਕੋਈ ਪਾਰਟੀ ਬਦਲ ਕੇ। ਅੱਗੇ ਮਾੜੀ ਮੋਟੀ ਸ਼ਰਮ ਸੀ, ਉਹ ਸ਼ਰਮ ਹੁਣ ਖਤਮ ਹੋ ਗਈ ਹੈ। ਹੁਣ ਬਲਕਿ ਐ ਹਾਰ ਖੁਸ਼ ਹੁੰਦੇ ਨੇ, ਦੇਖਿਆ ਜੀ ਮੈਂ ਤਾਂ ਉੱਧਰ ਆ ਗਿਆ। ਉਹ ਮੈਂ ਕਹੀ ਲੀਡਰ ਦਾ ਇਹ ਦੇਖਿਆ, ਇੱਕ ਦਿਨ ਇੱਧਰ ਇੱਕ ਦਿਨ ਇੱਧਰ। ਹੁਣੀ ਆ ਜਿਹੜਾ ਇੱਕ ਕਾਂਗਰਸ ਦਾ ਬਦਲ ਕੇ ਗਿਆ ਹੈ, 5-6 ਦਿਨ ਪਹਿਲਾਂ ਉਹ ਆਪਸ ਚਲਾ ਗਿਆ ਸੀ, ਫਿਰ ਮੁੜ ਕੇ ਕਾਂਗਰਸ 'ਚ ਆ ਗਿਆ। ਔਰ ਆਇਆ ਵੀ ਕੌਣ ਹੈ, ਕੌਣ ਉਸੇ ਪਰਿਵਾਰ ਦਾ ਹੈ ਜਿਹੜੇ ਪਰਿਵਾਰ 'ਚੋਂ ਉੱਥੇ ਉਹਦੀ ਚਾਚੀ ਉਹ ਖੜੀ ਹੋਈ ਆ, ਕਰੋ ਕਿਸੇ। ਬਿਲਕੁਲ ਜੀ।
ਇਸ ਕਰਕੇ ਅਸੀਂ ਜਿਹੜੀ ਇਹਨਾਂ ਪਾਰਟੀਆਂ ਬਦਲਣ ਦੀ ਤੁਸੀਂ ਠੀਕ ਹੈ, ਕਿਉਂਕਿ ਸਾਡੇ ਦੇਸ਼ 'ਚ ਵਿਚਾਰਧਾਰਾ ਜਿਹੜੀ ਹੈ, ਪੋਲੀਟੀਕਲ ਵਿਚਾਰਧਾਰਾ, ਉਹਦਾ ਭੋਗ ਹੀ ਪੈਂਦਾ ਜਾ ਰਿਹਾ ਹੈ। ਜਿਹੜੀਆਂ ਖੱਬੀਆਂ ਪਾਰਟੀਆਂ ਕਹਿੰਦੀਆਂ ਹੁੰਦੀਆਂ ਵੀ ਅਸੀਂ ਵਿਚਾਰਧਾਰਾ 'ਤੇ ਗੱਲ ਕਰਦੇ ਹਾਂ, ਈਵਨ ਉਹ ਵੀ ਛੱਡਦੀਆਂ ਜਾ ਰਹੀਆਂ ਨੇ। ਜਿਹੜੀ ਬੀਜੇਪੀ ਸੀ, ਬੀਜੇਪੀ ਵੀ ਇੱਕ ਵਿਚਾਰਧਾਰਾ 'ਤੇ ਗੱਲ ਕਰਦੀ ਸੀ, ਉਹ ਵੀ ਵਿਚਾਰਧਾਰਾ ਦੀ ਬਜਾਏ ਹੁਣ ਉਹ ਵਿਚਾਰਧਾਰਾ ਵੀ ਛੱਡ ਗਈ। ਹਿੰਦੂ ਧਰਮ ਦੀ ਜਿਹੜੀ ਵਿਚਾਰਧਾਰਾ ਸੀ ਉਹ ਵੀ ਛੱਡ ਗਈ। ਹੁਣ ਉਹ ਹਿੰਦੂਵਾਦ ਤੇ ਪੈ ਗਈ ਹੈ ਵੀ ਆਪਾਂ ਨੇ ਤਾਂ ਮਿਨੋਰਟੀ ਨੂੰ ਮਾੜਾ ਹੀ ਕਹਿਣਾ, ਆਪਾਂ ਨੇ ਬਾਈ ਜੋ ਜਿਵੇਂ ਮਰਜ਼ੀ ਹੋਵੇ ਪਰ ਤਾਕਤ ਹੱਥ ਹੋਣੀ ਹੈ। ਇਸੇ ਕਰਕੇ ਉਹ ਜਰਗਮਾਲ ਬਣਾ ਲੈਂਦੇ ਨੇ ਐਮਐਲਏਆਂ ਨੂੰ, ਐਮਪੀਆਂ ਨੂੰ। ਇਸੇ ਕਰਕੇ ਸਰਕਾਰਾਂ ਤੋੜਦੇ ਨੇ। ਜਿਹੜਾ ਉਹਨਾਂ ਕੋਲ ਨਹੀਂ ਜਾਂਦਾ ਉਹ ਤੇ ਈਡੀ ਦੇ ਛਾਪੇ ਮਰਵਾ ਦਿੰਦੇ ਨੇ, ਵਿਰੋਧੀਆਂ ਤੇ ਈਡੀ ਦੇ ਛਾਪੇ ਮਰਵਾ ਦਿੰਦੇ ਨੇ, ਵਿਰੋਧੀਆਂ ਦੇ ਵਿਰੁੱਧ ਪ੍ਰੋਪੇਗੰਡਾ ਕਰਦੇ ਨੇ। ਆਹ ਯੂਪੀ 'ਚ ਜੋ ਹੋਇਆ ਹੈ, ਇਹ ਜੱਗੋਂ 13ਵੀਂ ਕਰਕੇ ਦਿਖਾਤੀ ਉਹਨਾਂ ਨੇ। ਕਿਉਂਕਿ ਮੈਂ ਤਾਂ ਪਹਿਲਾਂ ਵੀ ਕਈ ਚੈਨਲਾਂ ਤੇ ਕਿਹਾ ਵੀ ਆਹ ਕੁਛ ਹੋਊਗਾ, ਉਹ ਹੁਣ ਜਲਦੀ ਕਰਨਾ ਸ਼ੁਰੂ ਕਰਤਾ। ਵੈਸੇ ਦਸੰਬਰ 'ਚ ਤਾਂ ਜਾ ਕੇ ਹੋਣਾ ਹੀ ਹੋਣਾ, ਕਿਉਂਕਿ ਉਹਨਾਂ ਦੇ ਕੋਲੇ ਵਿਚਾਰਧਾਰਾ ਤੋਂ ਬਿਨਾਂ ਜਦ ਲੜਾਈ ਲੜਨੀ ਹੋਵੇ, ਜਦ ਵਿਚਾਰਧਾਰਾ ਤੋਂ ਬਿਨਾਂ ਤੁਸੀਂ ਰਾਜ ਕਰਨਾ ਹੋਵੇ, ਤੇ ਫਿਰ ਨਾ ਤਾਂ ਦੇਸ਼ ਦਾ ਵਿਕਾਸ ਹੋਏਗਾ, ਕਿਉਂਕਿ ਦੇਸ਼ ਦਾ ਵਿਕਾਸ ਤਾਂ ਵਿਚਾਰਧਾਰਾ ਚੋਂ ਨਿਕਲਣਾ ਹੈ। ਵਿਚਾਰਧਾਰਾ ਤੋਂ ਬਿਨਾਂ ਤੁਸੀਂ ਕੋਈ ਅਸੂਲ ਵੀ ਨਹੀਂ ਰੱਖੋਗੇ। ਵਿਚਾਰਧਾਰਾ ਤੋਂ ਬਿਨਾਂ ਤੁਸੀਂ ਜਿਹਨੂੰ ਮਰਜ਼ੀ ਮਾਰ ਦੋਗੇ, ਜਿਹਨੂੰ ਮਰਜ਼ੀ ਛੱਡ ਦੋਗੇ। ਸੋ ਵਿਚਾਰਧਾਰਾ ਤੋਂ ਬਿਨਾਂ ਤੁਸੀਂ ਨਫ਼ਰਤ ਫੈਲਾਓਗੇ, ਵਿਚਾਰਧਾਰਾ ਤੋਂ ਬਿਨਾਂ ਤੁਸੀਂ ਵੈਰ ਵਿਰੋਧ ਫੈਲਾਓਗੇ, ਵਿਚਾਰਧਾਰਾ ਤੋਂ ਬਿਨਾਂ ਤੁਸੀਂ ਜਿਹੜੀਆਂ ਮਰਿਆਦਾ ਪਹਿਲਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਘਾਣ ਕਰੋਗੇ। ਵਿਚਾਰਧਾਰਾ ਤੋਂ ਬਿਨਾਂ ਜਦ ਤੁਸੀਂ ਹੋਵੋਗੇ ਤਾਂ ਜਿਹੜਾ ਕੋਈ ਕਾਨੂੰਨ ਬਣਿਆ ਹੋਇਆ ਉਹਦਾ ਵੀ ਘਾਣ ਕਰੋਗੇ। ਵਿਚਾਰਧਾਰਾ ਤੋਂ ਬਿਨਾਂ ਤੁਸੀਂ ਇੱਕ ਦੂਜੇ ਦਾ ਸਤਿਕਾਰ ਕਰਨਾ ਵੀ ਭੁੱਲ ਜਾਓਗੇ। ਵਿਚਾਰਧਾਰਾ ਤੋਂ ਬਿਨਾਂ ਤੁਹਾਡੀ ਜ਼ੁਬਾਨ ਤੇ ਵੀ ਕੰਟਰੋਲ ਨਹੀਂ ਰਹਿਣਾ, ਤੁਸੀਂ ਪਤਾ ਨਹੀਂ ਕੀ ਕੁਛ ਕਹਿ ਦੋਗੇ। ਸੋ ਇਸ ਕਰਕੇ ਜਦ ਵਿਚਾਰਧਾਰਾ, ਤੁਸੀਂ ਪਰਿਆਵਰਨ ਦਾ ਵੀ ਨੁਕਸਾਨ ਕਰੋਗੇ, ਤੁਸੀਂ ਦੇਸ਼ ਦੇ ਸਰੋਤਾਂ ਦਾ ਵੀ ਨੁਕਸਾਨ ਕਰੋਗੇ, ਕਿਉਂਕਿ ਇਹ ਹੋਰ ਨੇ ਦੇਸ਼ ਦੀ, ਕਿਉਂਕਿ ਤੁਹਾਨੂੰ ਵਿਚਾਰਧਾਰਾ ਤਾਂ ਹੈ ਨਹੀਂ। ਕਿਉਂਕਿ ਬਣਾ ਦੋ ਹਾਈਵੇ, ਦੇਖੀ ਜੋ ਹੁੰਦਾ। ਆਹ ਸੜਕਾਂ ਜਿਹੜਾ ਆਹ ਹੋ ਰਿਹਾ ਬਦਰੀਨਾਥ, ਕੇਦਾਰਨਾਥ ਦਾ ਤੇ ਜੋਸ਼ੀ ਮੱਠ ਦਾ ਜੋ ਹੋਇਆ ਹੈ, ਉਹ ਵਿਚਾਰਧਾਰਾ ਦੇ ਹੀਣ ਬੰਦਿਆਂ ਨੇ ਕਰਿਆ ਹੋਇਆ ਵਿਕਾਸ। ਉਹ ਵਿਕਾਸ ਵੀ ਵਿਚਾਰਧਾਰਾ ਤੋਂ ਬਗੈਰ ਨਹੀਂ ਹੁੰਦਾ। ਸੋ ਵਿਚਾਰਧਾਰਾ ਸਾਡੇ ਸਮਾਜ ਦੇ ਸਾਰੇ ਖੇਤਰਾਂ 'ਚ ਟੁੱਟ ਗਈ। ਸਿਆਸਤ ਦੇ ਵਿੱਚੋਂ ਜ਼ਿਆਦਾ ਟੁੱਟ ਗਈ। ਜਿਹੜੀ ਤੁਹਾਡੀ ਚਿੰਤਾ ਦਾ ਵਿਸ਼ਾ, ਜਿਹੜਾ ਤੁਹਾਡਾ ਸਵਾਲ ਹੈ, ਉਹ ਸਿਆਸਤ ਤਾਂ ਬਿਲਕੁਲ ਹੀ ਖਤਮ ਹੋ ਗਈ। ਅਜੇ ਦੂਜੇ ਪਾਸੇ ਫਿਰ ਵੀ ਬੰਦਾ ਕਹਿ ਦਿੰਦਾ ਵੀ ਨਹੀਂ ਯਾਰ ਐ ਨਾ ਕਰੋ। ਆਮ ਭਾਈਚਾਰਾ, ਮੈਂ ਅਨਪੜ੍ਹ ਬੰਦੇ ਹੁਣ ਵੀ ਦੇਖੇ ਨੇ, ਨਾ ਯਾਰ ਐ ਨਾ ਕਰੋ। ਇਹ ਸਿਆਸਤ ਜਮਾ ਹੀ ਨਹੀਂ ਰਿਹਾ। ਔਰ ਇਹ ਖਾਸ ਕਰਕੇ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਵੀ ਜਿੱਦਾਂ ਦੀ ਇਹ ਬੀਜੇਪੀ ਆਈ ਹੈ ਐਨਡੀਏ, ਇੱਥੇ ਪਹਿਲੀ ਐਨਡੀਏ ਜਦ ਸੀਗੀ ਵਾਜਪਾਈ ਸਾਹਿਬ ਵੇਲੇ, ਉਦੋਂ ਨਹੀਂ ਇਸ ਤਰ੍ਹਾਂ ਦਾ ਹਨੇਰੀ ਪਈ ਸੀ। ਇਹ ਜਿਹੜੀ ਹੁਣ ਐਨਡੀਏ ਆਈ ਹੈ, ਇਹਨੇ ਤਾਂ ਜਮਾ ਹਨੇਰੀ ਪਾਤੀ। ਉਹਦੇ ਵਿੱਚ ਹਰੇਕ ਨੂੰ ਖਰੀਦਣ ਨੂੰ ਤਿਆਰ ਨੇ, ਔਰ ਦੂਜੀਆਂ ਪਾਰਟੀਆਂ ਦੇ ਵਿਕਾਊ ਤਿਆਰ ਨੇ। ਹੁਣ ਕਾਂਗਰਸ ਦੇ ਵਿੱਚੋਂ ਸਿੰਧੀਆ ਉੱਧਰ ਚਲਿਆ ਗਿਆ। ਆਪਾਂ ਰਾਜਸਥਾਨ 'ਚ ਹਾਲ ਦੇਖਦਾ, ਸਚਿਨ ਪਾਇਲਟ ਦਾ ਕੀ ਹੈ। ਬਹਾਨੇ ਤਾਂ ਇਹ ਲਾਈ ਜਾਂਦਾ ਵੀ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਸੀ, ਉਹ ਜਿਹੜੀ ਹੈਗੀ ਹੈ CM ਪਿਛਲੀ, ਉਹਦੇ ਖਿਲਾਫ ਤੁਸੀਂ ਇਨਕੁਆਇਰੀ ਕਰਾਓ ਹੈ। ਬਹਾਨੇ ਤਾਂ ਇਹ ਲਾਉਂਦਾ, ਅਸਲ 'ਚ ਉਹਦੀ ਲੜਾਈ ਤਾਂ ਗੱਲ ਉਹਦੇ ਨਾਲ ਆ ਵੀ ਮੈਨੂੰ CM ਬਣਾਓ, ਔਰ ਜੇ ਨਾ ਬਣਾਇਆ ਉਹਨੇ ਚਲੇ ਜਾਣਾ ਬੀਜੇਪੀ 'ਚ। ਮੈਂ ਅੱਜ ਵੀ ਕਹਿਣ ਨੂੰ ਤਿਆਰ ਹਾਂ ਕਿ ਉਹਨੂੰ ਕੋਈ ਇਹੋ ਜਿਹੀ ਝਿਜਕ ਨਹੀਂ ਹੈ। ਸੋ ਇਸ ਕਰਕੇ ਉਹ ਵਸੁੰਧਰਾ ਰਾਜੇ ਦਾ ਤਾਂ ਉਹਨੇ ਬਹਾਨਾ ਲਾਇਆ ਹੋਇਆ ਹੈ। ਉਹ ਕਹਿੰਦੇ ਵੀ ਨਜ਼ਰੇ ਕਹੀਂ ਪਿੱਛੇ। ਸੋ ਵਿਚਾਰਧਾਰਾ ਅੱਜ ਦੇਸ਼ 'ਚੋਂ ਖਤਮ ਹੋ ਰਹੀ ਹੈ। ਪਰ ਇੱਕ ਗੱਲ ਮੈਨੂੰ ਫਿਰ ਵੀ ਇੱਕ ਉਮੀਦ ਦੀ ਕਿਰਨ ਜਗਦੀ ਹੈ। ਉਹ ਕਿਰਨ ਇਸ ਗੱਲ 'ਚੋਂ ਜਗਦੀ ਹੈ ਕਿ ਪਿੱਛੇ ਜਿਹੜੀ ਰਾਹੁਲ ਗਾਂਧੀ ਨੇ ਯਾਤਰਾ ਕਰੀ ਸੀ, ਉਹ ਇੱਕ ਵਿਚਾਰਧਾਰਾ ਨੂੰ ਲੈ ਕੇ ਕਰੀ ਸੀ। ਔਰ ਵਿਚਾਰਧਾਰਾ ਕਦੀ ਸਿਆਸਤ 'ਚ ਨਹੀਂ। ਮੈਂ ਇੱਕ ਆਰਟੀਕਲ ਲਿਖ ਰਿਹਾ ਸੀ, ਫਲਸਫਾ। ਵਿਚਾਰਧਾਰਾ ਕੀ ਹੁੰਦਾ? ਫਲਸਫਾ ਹੁੰਦਾ ਕਿ ਜਿਹੜੀ ਆਧੁਨਿਕ ਦਬਾਅ ਵਿਗਿਆਨ ਹੈ, ਇਹਦਾ ਫਲਸਫੇ ਦੇ ਤੌਰ ਤੇ ਦੁਬਿਧਾ 'ਚ ਹੈ। ਇਸੇ ਕਰਕੇ ਇਹਦੀ ਸਰਜਰੀ ਤਾਂ ਕਾਮਯਾਬ ਹੈ, ਪਰ ਮੈਡੀਕਲ ਇਲਾਜ ਦੇ ਵਿੱਚ ਅਸੀਂ ਹਰੇਕ ਨੂੰ ਕਹਿੰਦੇ ਸਾਰੀ ਉਮਰ ਦਵਾਈ ਲੈਣੀ ਪਊ। ਜਿਹੜਾ ਮਰਜ਼ੀ ਬਿਮਾਰੀ ਆ, ਸਾਰੀ ਉਮਰ ਦਵਾਈ ਲੈਣੀ ਪਊ, ਕਿਉਂਕਿ ਫਲਸਫੇ ਦੇ ਤੌਰ ਤੇ ਅਸੀਂ ਕਮਜ਼ੋਰ ਹਾਂ। ਸਾਡੇ ਕੋਲ ਇੰਸਟਰੂਮੈਂਟ ਬੜੇ ਚੰਗੇ ਹੈਗੇ ਨੇ, ਸਾਡੀ ਪੜ੍ਹਾਈ ਬੜੀ ਚੰਗੀ ਹੈਗੀ ਹੈ, ਤਨਖਾਹਾਂ ਬੜੀਆਂ ਚੰਗੀਆਂ ਮਿਲਦੀਆਂ ਨੇ, ਹਸਪਤਾਲ ਬੜੇ ਵੱਡੇ ਵੱਡੇ ਨੇ, ਪਰ ਕਿਉਂਕਿ ਸਾਡੇ ਕੋਲ ਫਲਸਫਾ ਨਹੀਂ ਹੈ, ਇਸ ਕਰਕੇ ਅਸੀਂ ਕਹਿੰਦੇ ਬਲੱਡ ਪ੍ਰੈਸ਼ਰ ਸਾਰੀ ਉਮਰ ਦਵਾਈ, ਹਾਰਟ ਅਟੈਕ ਸਾਰੀ ਉਮਰ ਦਵਾਈ, ਡਾਇਬਟੀਜ਼ ਸਾਰੀ ਉਮਰ ਦਵਾਈ, ਸਾਹ ਚੜ੍ਹਦਾ ਸਾਰੀ ਉਮਰ ਦਵਾਈ, ਗੋਡੇ ਦੁਖਦੇ ਸਾਰੀ ਉਮਰ ਦਵਾਈ। ਸੋ ਅਸੀਂ ਸਾਰੀ ਉਮਰ ਦਵਾਈ ਦੀ ਗੱਲ ਕਰਦੇ ਹਾਂ, ਕਿਉਂਕਿ ਫਲਸਫਾ ਹੈ ਨਹੀਂ। ਇਸ ਕਰਕੇ ਹੱਲ ਨਹੀਂ ਹੈ, ਇਲਾਜ ਨਹੀਂ ਹੈ। ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਨਾ, ਰੋਗ ਦਾਰੂ ਦੋਵੇਂ ਬੁੱਝੇ ਤਾਂ ਤੂੰ ਵੈਦ ਸੁਜਾਨ, ਜਾਂ ਐਸਾ ਦਾਰੂ ਲੋੜਦਾ ਜਿਤ ਵੰਝੇ ਰੋਗਾਂ ਕਾਨ। ਇਹ ਤਾਂ ਹੈ ਨਹੀਂ। ਫਿਰ ਹੁਣ ਅਸੀਂ ਕੀ ਕਰਦੇ ਹਾਂ? ਗੁਰੂ ਸਾਹਿਬ ਨੇ ਇੱਕ ਹੋਰ ਗੱਲ ਕਹੀ, ਅਸੀਂ ਉਸ ਪਾਸੇ ਤੁਰਿਆ ਇਸ ਪੰਥ ਵਿੱਚ ਹੀ। ਕਹਿੰਦੇ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋੜਾ ਵੈਦ ਨ ਜਾਣੀ ਕਰਕ ਕਲੇਜੇ ਮਾਂ। ਉਹ ਨਬਜ ਦੇਖੀ ਜਾਂਦਾ, ਉਹਨੂੰ ਪਤਾ ਹੀ ਨਹੀਂ ਵੀ ਇਹ ਮਾਨਸਿਕ ਰੋਗ ਹੈ। ਇਸ ਕਰਕੇ ਸਾਡੇ ਜਿਹੜੇ ਇਹ ਵੈਦ ਬਣੇ ਹੋਏ ਨੇ ਸਿਆਸਤਦਾਨ, ਇਹ ਤਾਕਤ ਦੇਖੀ ਜਾਂਦੇ ਵੀ ਤਾਕਤ ਮਿਲ ਜੇ, ਉਹਦੇ ਵਿੱਚੋਂ ਬਹਾਨੇ, ਉਹਦੇ ਵਿੱਚੋਂ ਝੂਠੇ ਵਾਅਦੇ ਕਰੀ ਜਾਂਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਵੀ ਅਸਲੀ ਬਿਮਾਰੀ ਕਿੱਥੇ ਹੈ ਦੇਸ਼ ਦੀ।
ਨਾ ਇਹਨਾਂ ਨੂੰ ਆਪਦਾ ਅਸਲੀ ਇਹਨੂੰ ਖਾਣਾ ਪੀਣਾ ਹੱਸਣਾ ਸੌਣਾ ਤੈਨੂੰ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੀ ਨਹੀਂ ਤ੍ਰਿਕ ਜੀਵਨ ਨਹੀਂ ਰਹਿਣਾ। ਇਹਨਾਂ ਨੇ ਖਾਣ ਪੀਣ ਆਪਣਾ ਉੱਚਾ ਆਵਾਸ ਬਣਾਉਣਾ ਇਸੇ ਦੇ ਉੱਤੇ ਹੀ ਇਹ ਲੱਗੇ ਹੋਏ ਨੇ। ਇਹ ਗੱਲ ਭੁੱਲ ਗਏ ਕਬੀਲਾ ਗਰਵ ਨਾ ਕੀਜੀਏ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾਵਾਂ ਆਕਾਸ਼। ਇਹ ਇਹਨਾਂ ਨੂੰ ਇਹ ਭੁੱਲ ਗਿਆ। ਇਸ ਕਰਕੇ ਇਹ ਕਾਲੇ ਕੱਪੜੇ ਪਾ ਕੇ ਇਹ ਲੋਕਾਂ ਦੇ ਵਿੱਚ ਦਰਵੇਸ਼ ਬਣਦੇ ਨੇ। ਇਹ ਆਪ ਅੰਦਰੋਂ ਪੂਰੇ ਗਲੇ ਹੋਏ ਨੇ ਔਰ ਉਹ ਵੱਡੇ ਵੱਡੇ ਵਿਦਵਾਨ ਵੀ ਗਲੇ ਹੋਏ ਨੇ ਕੋਈ ਇਕੱਲੇ ਸਿਆਸਤਦਾਨ। ਸਿਆਸਤ ਦੀ ਜਿਹੜੀ ਤੁਹਾਡੀ ਚਿੰਤਾ ਹੈ ਕਿਉਂਕਿ ਸਿਆਸਤਦਾਨ ਲੋਕਾਂ ਨੂੰ ਲੀਡ ਕਰਦਾ, ਵਿਦਵਾਨ ਸਿਰਫ ਕੁਛ ਨਾ ਕੁਛ ਦੱਸਦਾ ਹੈ ਪਰ ਉਹਨੂੰ ਲੈ ਕੇ ਲੋਕਾਂ 'ਚ ਇੱਕ ਲਹਿਰ ਬਣਾਉਣ ਦਾ ਜ਼ਿੰਮੇਵਾਰੀ ਹੈ ਜਿਹੜੀ ਉਹ ਸਿਆਸਤਦਾਨ ਦੀ ਹੈ। ਇਸ ਕਰਕੇ ਸਿਆਸਤ ਦੀ ਜਿਹੜੀ ਗਿਰਾਵਟ ਹੈ ਇਹ ਸਾਨੂੰ ਵੱਡੀ ਚਿੰਤਾ ਹੈ। ਇਹਦੇ ਉੱਤੇ ਅਸੀਂ ਜ਼ਿਆਦਾ ਚਿੰਤਤ ਹਾਂ ਵੀ ਜੇ ਸਿਆਸਤ ਇਸ ਪਾਸੇ ਚਲੀ ਗਈ ਫਿਰ ਨਿਕਲੂ ਕੀ। ਪਰ ਐ ਨਹੀਂ ਵੀ ਸਾਰੀ ਸਿਆਸਤ ਹੋ ਗਈ। ਅਜੇ ਵੀ ਸਿਆਸਤ 'ਚ ਬੀਜ ਨਾਸ਼ ਨਹੀਂ ਹੋਇਆ। ਅਜੇ ਵੀ ਕੁਛ ਬੰਦੇ ਮੈਂ ਲੋਕ ਸਭਾ 'ਚ ਵੀ ਬੋਲਦਿਆਂ ਨੂੰ ਦੇਖਦਾ, ਮੈਂ ਰਾਜ ਸਭਾ 'ਚ ਵੀ ਬੋਲਦਿਆਂ ਨੂੰ ਦੇਖਦਾ, ਮੈਂ ਉਹਨਾਂ ਪਾਰਟੀਆਂ ਦੇ ਬੰਦਿਆਂ ਨੂੰ ਵੀ ਬੋਲਦੇ ਦੇਖਦਾ ਜਿਨ੍ਹਾਂ ਪਾਰਟੀਆਂ ਦੇ ਬਾਰੇ ਕਿਹਾ ਜਾਂਦਾ ਵੀ ਇਹ ਤਾਂ ਬਹੁਤ ਹੀ ਮਾੜੀਆਂ ਨੇ, ਇਹ ਕਮਿਊਨਲ ਨੇ ਜਾਂ ਇਹ ਆ ਨੇ ਜਾਂ ਇਹ ਪਰਿਵਾਰੀ ਨੇ, ਇਹ ਫਲਾਣੀਆਂ, ਉਹਨਾਂ ਦੇ ਵੀ ਬੰਦੇ ਚੰਗਾ ਬੋਲਦੇ ਨੇ। ਸੋ ਮੈਨੂੰ ਉਹਨਾਂ ਤੋਂ ਇੱਕ ਉਮੀਦ ਹੈ ਵੀ ਕੁਛ ਸਿਆਸਤਦਾਨ ਐਸੇ ਅਜੇ ਵੀ ਚੰਗੇ ਹੈਗੇ ਨੇ ਜਿਹੜੇ ਇਹਨਾਂ ਗੱਲਾਂ ਦੇ ਉੱਤੇ ਭਾਵੇਂ ਕਿ ਆਪੋ 'ਚ ਕਈ ਵਾਰ ਗਲਤਾਨ ਵੀ ਹੁੰਦੇ ਨੇ ਪਰ ਫਿਰ ਵੀ ਉਹਨਾਂ ਦੇ ਉੱਤੇ ਉਹ ਪ੍ਰਤੀਕਿਰਿਆ ਦਿੰਦੇ ਨੇ ਕਿ ਨਹੀਂ ਚੰਗਾ। ਸੋ ਇਹ ਕਹਿਣਾ ਵੀ ਬਹੁਤ ਹੈ। ਠੀਕ ਕਿਹਾ ਤੁਸੀਂ, ਸਿਆਸਤ ਦੀ ਗਿਰਾਵਟ ਦਾ ਕਾਰਨ ਹੈ ਕਿ ਸਾਡਾ ਦੇਸ਼ ਅੱਜ ਰਸਾਤਲ ਵੱਲ ਨੂੰ ਜਾ ਰਿਹਾ ਹੈ। ਸਾਡੇ ਕੁਦਰਤੀ ਸਰੋਤ ਖਤਮ ਹੋ ਰਹੇ ਨੇ, ਸਾਡਾ ਪਰਿਆਵਰਨ ਦਾ ਸੰਕਟ ਹੋ ਰਿਹਾ ਹੈ, ਸਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਸਾਡੇ 'ਚ ਸਹਿਣਸ਼ੀਲਤਾ ਖਤਮ ਹੋ ਰਹੀ ਹੈ, ਸਾਡੇ ਜੋ ਵਿਚਾਰਾਂ ਦੀ ਆਜ਼ਾਦੀ ਖਤਮ ਹੋ ਰਹੀ ਹੈ। ਅਸੀਂ ਆਪਦੇ ਸਤਾਨ ਨੂੰ ਖੁਦ ਹੀ ਤੋੜ ਰਹੇ ਹਾਂ ਤੇ ਅਸੀਂ ਦੂਜੀਆਂ ਜਿਹੜੀਆਂ ਚਾਹੇ ਭਾਸ਼ਾਈ ਘੱਟ ਗਿਣਤੀਆਂ ਨੇ, ਚਾਹੇ ਧਾਰਮਿਕ ਘੱਟ ਗਿਣਤੀਆਂ ਨੇ ਜਾਂ ਕਿਸੇ ਦੀ ਵੇਸ਼-ਭੂਸ਼ਾ ਸਭ ਤੋਂ ਦੂਸਰੀ ਹੈ, ਅਸੀਂ ਉਹਦੇ ਵਿੱਚ ਘਿਰਣਾ ਪੈਦਾ ਕਰ ਰਹੇ ਹਾਂ ਨਾ ਕਿ ਮਨੁੱਖੀ ਪ੍ਰੇਮ, ਜਦ ਕਿ ਮਨੁੱਖ ਤਾਂ ਪ੍ਰੇਮ ਦੇ ਨਾਲ ਰਹਿ ਸਕਦਾ ਹੈ। ਸੋ ਪ੍ਰੇਮ ਦਾ ਮੁਕਾਬਲਾ, ਪ੍ਰੇਮ ਨੂੰ ਅਸੀਂ ਖਤਮ ਕਰਨ ਵਾਸਤੇ ਘਿਰਣਾ ਦਾ ਅਸੀਂ ਜਿਹੜੀ ਫਸਲ ਬੀਜ ਰਹੇ ਹਾਂ ਉਹਦਾ ਫਿਰ ਵਹੀ ਜਿਹਾ ਬੀਜੇ ਸੋੜ ਹੋਣੇ ਕਰਮਾ ਸੰਤਰਾ ਖੇਤ, ਜਿਹੋ ਜਿਹਾ ਅਸੀਂ ਬੀਜਾਂਗੇ ਉਹੋ ਜਿਹੀ ਅਸੀਂ ਵੱਢਾਂਗੇ। ਦੇਸ਼ ਪੁੱਠੇ ਪਾਸੇ ਨੂੰ ਇਸੇ ਕਰਕੇ ਜਾ ਰਿਹਾ। ਤੁਸੀਂ ਠੀਕ ਕਿਹਾ, ਇਹਨਾਂ ਨੂੰ ਕੋਈ ਇੱਥੇ ਆਪਾਂ ਜਿਮਨੀ ਚੋਣ ਜਲੰਧਰ ਦੀ ਲੜੋ, ਤੁਸੀਂ ਦੇਖ ਲਓ ਕੈਂਡੀਡੇਟ ਹੀ ਦੂਜੀ ਪਾਰਟੀ ਚੋਂ ਆ ਕੇ ਖੜਾ ਕਰਿਆ ਆਪ ਵਾਲਿਆਂ ਨੇ। ਉਹ ਫਿਰ ਆਪੀ ਤੁਸੀਂ ਹਿਸਾਬ ਲਾ ਲਓ ਵੀ ਕਿਹੜੀ ਅਸੂਲਾਂ ਦੀ ਪੋਲਿਟਿਕਸ ਰਹੇਗੀ ਤੇ ਕਿਹੜੀ ਰਹੂਗੀ ਤੇ ਕੀ ਹੋਊਗਾ। ਕਰਿਆ ਤਾਂ ਡਾਕਟਰ ਸਾਹਿਬ ਬੀਜੇਪੀ ਨੇ ਵੀ ਏਦਾਂ ਹੀ ਹੈ ਤੇ ਉਹ ਦੂਜੇ ਪਾਸੋਂ ਲੈ ਕੇ ਆਈ ਹੈ। ਪਰ ਬੀਜੇਪੀ ਨੇ ਵੀ ਕਰਿਆ, ਉਹਨਾਂ ਨੇ ਵੀ ਦੂਜੇ ਪਿਆ। ਬਿਲਕੁਲ ਆਮ ਆਦਮੀ ਪਾਰਟੀ ਤੇ ਥੋੜਾ ਜਿਹਾ ਫੋਕਸ ਇਸ ਕਰਕੇ ਹੋ ਜਾਂਦਾ ਕਿਉਂਕਿ ਪਾਰਟੀ ਖੁਦ ਹੀ ਕਹਿੰਦੀ ਸੀ ਕਿ ਸਾਡਾ ਜਿਹੜਾ ਕੰਮਕਾਜ ਹੋਊਗਾ ਉਹ ਦੂਜੇ ਸਿਆਸਤਦਾਨਾਂ ਵਰਗਾ, ਦੂਜੇ ਸਿਆਸੀ ਪਾਰਟੀਆਂ ਨਾਲ ਸਾਡਾ ਕੋਈ ਮੇਲ ਨਹੀਂ ਜੋਲ ਨਹੀਂ ਹੋਊਗਾ। ਜਿਹੜੀ ਸਾਡੀ ਸਿਆਸਤ ਹੋਊਗੀ, ਜਿਹੜੀ ਸਾਡੀ ਰਾਜ ਦੀ ਨੀਤੀ ਹੋਊਗੀ ਉਹ ਦੂਜਿਆਂ ਨਾਲੋਂ ਬਿਲਕੁਲ ਅਲੱਗ ਹੋਊਗੀ। ਤਾਂ ਜਦੋਂ ਉਹ ਕਹਿੰਦੇ ਸੀ ਕਿ ਸਾਡੀ ਰਾਜਨੀਤੀ ਦੂਜਿਆਂ ਨਾਲੋਂ ਅਲੱਗ ਹੋਊਗੀ, ਉਹ ਫਿਰ ਦੂਜਿਆਂ ਵਰਗੀ ਰਾਜਨੀਤੀ ਕਰਦੇ ਆ, ਉੱਥੇ ਥੋੜਾ ਜਿਹਾ ਫਿਰ ਸਵਾਲ ਬਣ ਜਾਂਦਾ। ਹਾਲਾਂਕਿ ਦੂਜੀ ਪਾਰਟੀਆਂ ਦੇ ਵਿੱਚ ਤਾਂ ਆਮ ਹੀ ਵਰਤਾਰਾ ਇਹ। ਬਿਲਕੁਲ ਠੀਕ ਹੈ, ਸਹੀ ਗੱਲ ਕਹੇ ਤੁਸੀਂ, ਕਿਉਂਕਿ ਜਦ ਉਹਨਾਂ ਨੇ ਇੱਕ ਵਾਅਦਾ ਕਰਿਆ ਸੀ ਉਹ ਵਾਅਦਾ ਖਿਲਾਫੀ ਲੱਗਦੀ ਹੈ, ਇਸ ਕਰਕੇ ਉਹ ਤੇ ਜ਼ਿਆਦਾ ਕੇਂਦਰਿਤ ਹੋ ਜਾਂਦੀ ਹੈ ਗੱਲ। ਦੂਜੀ ਗੱਲ ਉਹ ਰਾਜ ਕਰਦੇ ਨੇ, ਜੇ ਰਾਜ ਸ਼ਾਇਦ ਨਾ ਕਰ ਦਿੰਦੇ ਫਿਰ ਵੀ ਨਾ ਕੇਂਦਰਿਤ ਹੁੰਦੀ। ਦੋਨੇ ਗੱਲਾਂ ਤੁਸੀਂ ਠੀਕ ਕਹੀਆਂ ਨੇ, ਪਰ ਫਿਰ ਵੀ ਕੋਈ ਰਾਜ ਕਰਦੇ ਹੋਣ ਕੋਈ ਨਾ ਕਰਦੇ ਹੋਣ, ਸਾਨੂੰ ਫਲਸਫਾਹੀਨ ਸਿਆਸਤ ਜਿਹੜੀ ਹੈ ਇਹ ਰਸਾਤਲ ਵੱਲ ਲੈ ਕੇ ਜਾਏਗੀ। ਦੇਸ਼ ਮੁੜ ਕੇ ਗੁਲਾਮ ਹੋਏਗਾ, ਟੋਟੇ ਵੀ ਹੋਣਗੇ ਤੇ ਦੇਸ਼ ਦੇ ਵਿੱਚ ਮਾਰਕਾਟ ਵੀ ਹੋ ਸਕਦੀ ਹੈ। ਸਾਨੂੰ ਮੁੜ ਕੇ ਸਿਆਸਤ ਜੇ ਕਰਨੀ ਹੈ ਤਾਂ ਸਿਆਸਤ ਅਸੂਲਾਂ ਦੀ ਸਿਆਸਤ ਕਰਨੀ ਪਏਗੀ। ਸਿੱਖੀ ਦੇ ਵਿੱਚ ਵੀ ਇਹੀ ਗੜਬੜ ਹੋਈ ਹੈ ਕਿ ਅਕਾਲ ਤਖਤ ਸਾਹਿਬ, ਹਾਲਾਂਕਿ ਤੁਸੀਂ ਬੈਠੋ ਤੁਹਾਨੂੰ ਦਰਬਾਰ ਸਾਹਿਬ ਨਜ਼ਰ ਆਏਗਾ, ਦਰਬਾਰ ਸਾਹਿਬ 'ਚ ਅਕਾਲ ਤਖਤ ਨਹੀਂ ਨਜ਼ਰ ਆਉਂਦੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਯਾਨੀ ਕਿ ਸੀਟ ਆਫ ਪਾਵਰ ਹੈ ਜਿਹੜੀ, ਉਹਨੇ ਫਲਸਫੇ 'ਤੇ ਧਿਆਨ ਰੱਖਣਾ ਹੈ। ਸਿੱਖੀ ਨੇ ਵੀ ਆਪਦੇ ਫਲਸਫੇ ਤੋਂ ਧਿਆਨ ਛੱਡਤਾ, ਉਹ ਸੀਟ ਆਫ ਪਾਵਰ 'ਤੇ ਹੀ ਜ਼ੋਰ ਦਿੰਦੇ ਨੇ। ਬੀਜੇਪੀ ਨੇ ਆਪਦੇ ਫਲਸਫੇ ਤੋਂ ਧਿਆਨ ਛੱਡਤਾ, ਕਾਂਗਰਸ ਨੇ ਹੁਣ ਥੋੜਾ ਜਿਹਾ ਦੇਣਾ ਸ਼ੁਰੂ ਕਰਿਆ, ਛੱਡ ਇਹਨੇ ਵੀ ਜਮਾਂ ਹੀ ਦਿੱਤਾ ਸੀ। ਤੇ ਆਪ ਪਾਰਟੀ ਦਾ ਤਾਂ ਮੈਨੂੰ ਲੱਗਦਾ ਨਹੀਂ, ਤੁਹਾਨੂੰ ਜਿਵੇਂ ਮਰਜ਼ੀ ਲੱਗੇ, ਦਰਸ਼ਕਾਂ ਨੂੰ ਜਿਵੇਂ ਇਹਨਾਂ ਦਾ ਕੋਈ ਫਲਸਫਾ ਹੈ ਵੀ, ਇਹ ਕਹਿੰਦੇ ਅਸੀਂ ਹਨੂੰਮਾਨ ਦੇ ਭਗਤ ਬਸ ਇਹਨਾਂ ਦਾ ਹੀ ਫਲਸਫਾ। ਸੋ ਇਸ ਕਰਕੇ ਫਲਸਫਾ ਹੀ ਸਿਆਸਤ ਹੈ, ਇਹ ਗੜਬੜ। ਜੀ ਬਿਲਕੁਲ, ਪਰ ਡਾਕਟਰ ਸਾਹਿਬ ਕਿਤੇ ਜਿਹੜੇ ਚਿੰਤਾ ਦਾ ਵਿਸ਼ਾ ਬਣ ਜਾਂਦਾ ਇਹ ਜਦੋਂ ਜਿਹੜੀ ਸਿਆਸਤ ਹੋਊਗੀ ਉਹ ਸਿਰਫ ਜਿੱਤਣ ਦੇ ਲਈ ਹੋਊਗੀ, ਕੁਰਸੀ ਦੇ ਲਈ ਹੋਊਗੀ, ਕਿਸੇ ਕੋਈ ਵਿਚਾਰਧਾਰਾ ਦੇ ਲਈ ਨਹੀਂ ਹੋਊਗੀ। ਸੋ ਚਲੋ ਆਸ ਕਰਦੇ ਹਾਂ ਸਿਆਸਤਦਾਨ ਸਮਝਣ ਇਸ ਗੱਲ ਨੂੰ, ਕਿਤੇ ਨਾ ਕਿਤੇ ਉਹ ਕਿਸੇ ਵਿਚਾਰ ਦੇ ਨਾਲ ਜੁੜਨ। ਤੁਸੀਂ ਡਾਕਟਰ ਸਾਹਿਬ ਕੀਮਤੀ ਸਮੇਂ 'ਚ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਸ਼ੁਕਰੀਆ ਜੀ, ਧੰਨਵਾਦ। ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਡਾਕਟਰ ਪਿਆਰੇ ਲਾਲ ਗਰਗ ਸਾਹਿਬ। ਸੋ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਨਾਲ ਪੰਜਾਬੀ ਦੇ ਉੱਤੇ। ਧੰਨਵਾਦ।